84 560 020 ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਸੇਖੋ ਇਮੀਗ੍ਰੇਸ਼ਨ ਸਰਵਿਸਿਜ਼ ਕੈਲੀਫੋਰਨੀਆ ਜੋ ਰਜਿਸਟਰਡ ਅਤੇ ਬਾਉਂਡਡ ਨੇ, ਇਹ ਤੁਹਾਨੂੰ ਸਿਟੀਜ਼ਨਸ਼ਿਪ, ਵਰਕ ਪਰਮਿਟ, ਫੈਮਿਲੀ ਪਟੀਸ਼ਨਜ਼, OCI ਕਾਰਡ, ਇੰਡੀਅਨ ਪਾਸਪੋਰਟ, ਪ੍ਰੋਸੈਸ ਸਰਵਿਸ, ਕੋਰਟ ਫਾਈਲਿੰਗ, ਨੋਟਰੀ ਪਬਲਿਕ ਅਤੇ ਇੰਡੀਆ ਦੇ ਐਮਰਜੈਂਸੀ ਵੀਜ਼ੇ ਦੇ ਵਿੱਚ ਤੁਹਾਨੂੰ ਅਸਿਸਟ ਕਰਦੇ ਨੇ। ਗੁਰਸ਼ਰਨ ਸਿੱਖ ਹੋਰਾਂ ਨਾਲ 5102009988 ਤੇ ਕਾਲ ਕਰ ਸਕਦੇ ਹੋ। ਅਤੇ ਰੇਡੀਓ ਪੰਜਾਬ ਟੂਡੇ ਦਾ ਕੋਈ ਵੀ ਪ੍ਰੋਗਰਾਮ ਸਪੋਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9780141741 'ਤੇ। ਮੇਰੇ ਨਾਲ ਇਸ ਵਕਤ ਜੁੜ ਗਏ ਨੇ ਡਾਕਟਰ ਸ਼ਿੰਦਰ ਕੌਰ ਹੋਰੀ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਰਹੇ ਨੇ ਸਾਰਿਆਂ ਨੂੰ ਨਿੱਘੀ ਫਤਿਹ। ਭੈਣ ਜੀ, ਹਰ ਇੱਕ ਚੀਜ਼ ਦਾ ਜਿਹੜੀਆਂ ਆਪਾਂ ਖਾਣ ਵਾਲੇ ਪਦਾਰਥ ਨੇ ਜਾਂ ਹੋਰ ਨੇ, ਉਹਦਾ ਤੁਹਾਡੇ ਜੀਵਨ ਦੇ ਵਿੱਚ ਇੱਕ ਅਹਿਮ ਸਥਾਨ ਹੁੰਦਾ। ਜੀਵਨ ਕਹਿਣ ਤੋਂ ਪਰ ਇਹ ਨਹੀਂ ਗਾ ਵੀ ਬਾਲ ਬੱਚਿਆਂ ਦੇ ਨਾਲ, ਪਰ ਕਈ ਵਾਰੀ ਤੁਹਾਡੇ ਸਰੀਰ ਦੇ ਵਿੱਚ ਵੀ ਤੁਸੀਂ ਕੰਜ਼ਿਊਮ ਕਰਦੇ ਹੋ। ਤੁਹਾਡੀ ਸਿਹਤ, ਤੁਹਾਡਾ ਖਾਣ ਪਾਣ, ਤੁਹਾਡੀ ਹੋਰ ਹੈ। ਜਿਵੇਂ ਕਿਹਾ ਜਾਂਦਾ ਕਿ ਚਾਹ ਬਣਾਉਣੀ ਹੋਵੇ ਤਾਂ ਲੌਂਗ ਇਲਾਇਚੀਆਂ ਵਾਲੀ ਬਣਾ ਲਓ, ਠੀਕ ਹੈ ਜੀ। ਮੂੰਹ ਦੇ ਵਿੱਚੋਂ ਬਦਬੂ ਆਉਂਦੀ ਹੋਵੇ ਤਾਂ ਇਲਾਇਚੀ ਖਾ ਲਓ। ਇਹ ਇਲਾਇਚੀ ਦੀ ਕੀ ਮਹੱਤਤਾ ਹੈ, ਖਾਸ ਕਰਕੇ ਇਹਦੀਆਂ ਕੀ ਖਾਸੀਅਤ ਨੇ, ਅਤੇ ਕਿਉਂਕਿ ਇਹਦੇ ਉੱਤੇ ਖੋਜ ਵੀ ਹੋ ਰਹੀ ਹੋਏਗੀ, ਅਤੇ ਖੋਜ ਕੀ ਬੋਲਦੀ ਹੈ ਇਹਦੇ ਉੱਤੇ? ਜੀ ਖੋਜ ਵੀ ਬੜੀ ਕਮਾਲ ਦੀ, ਕਈ ਕਿਸਮਾਂ ਦੀ ਹੋ ਚੁੱਕੀ ਹੈ। ਦਰਅਸਲ ਜਦੋਂ ਤੋਂ ਇਨਸਾਨੀ ਹੋਂਦ ਦਾ ਪਤਾ ਲੱਗਿਆ, ਉਸ ਸਮੇਂ ਤੋਂ ਹੀ ਇਹ ਵੀ ਸਮਝ ਆ ਚੁੱਕੀ ਹੈ ਕਿ ਛੋਟੀ ਇਲਾਇਚੀ ਵੀ ਉਸ ਸਮੇਂ ਤੋਂ ਹੀ ਵਰਤੀ ਜਾ ਰਹੀ ਹੈ ਤੇ ਜੰਗਲੀ ਬੂਟੀ ਵਾਂਗ ਉੱਗੀ ਰਹੀ ਹੈ। ਯਾਨੀ ਜਿਹੜੀ ਹੁਣ ਤੱਕ ਜੋ ਖੋਜਾਂ ਨੇ ਦੱਸਿਆ, ਉਸ ਅਨੁਸਾਰ 1000 ਸਾਲ ਪਹਿਲਾਂ ਵਾਈਕਿੰਗ ਲੋਕਾਂ ਨੇ ਇਹਨੂੰ ਸਕੈਂਡੀਨੇਵੀਆ ਲਿਜਾ ਕੇ ਬੀਜਿਆ, ਫਿਰ ਇਹਦੇ ਅਸਲ 'ਚ ਫਾਇਦੇ ਲੱਭਣੇ ਸ਼ੁਰੂ ਹੋਏ। ਉਸ ਤੋਂ ਪਹਿਲਾਂ ਜਸਟ ਸਿਰਫ ਖੁਸ਼ਬੂ ਦੀ ਖਾਤਰ ਹੀ ਇਹਨੂੰ ਵਰਤਿਆ ਜਾਂਦਾ ਰਿਹਾ ਸੀ ਜੀ। ਹੁਣ ਪਹਿਲਾਂ ਮੈਂ ਦੱਸ ਦਿਆਂ ਵੀ ਇਹ ਅਦਰਕ ਦੇ ਟੱਬਰ ਦੀ ਕਿਸਮ ਜੇ, ਤੇ ਇਹਨੂੰ ਭਾਰਤ ਤੇ ਪਹਿਲਾਂ ਅਫਰੀਕਾ ਵਿੱਚ ਹੀ ਜ਼ਿਆਦਾ ਵਰਤਿਆ ਜਾਂਦਾ ਰਿਹਾ। ਅਸਲ 'ਚ ਭਾਰਤ ਦੇ ਦੱਖਣ ਦੇ ਜੰਗਲਾਂ ਵਿੱਚ ਇਹਦੇ ਜੰਗਲੀ ਬੂਟੇ ਹੁੰਦੇ ਸਨ ਜਿੱਥੋਂ ਇਹ ਵਰਤੋਂ 'ਚ ਆ ਰਿਹਾ ਸੀ। ਫਿਰ ਇਹਦੀਆਂ ਹੌਲੀ ਹੌਲੀ ਜੋ ਸ਼ੁਰੂ ਹੋਈਆਂ ਵੀ ਕਿਸੇ ਦਵਾਈ 'ਚ ਪੈਣੀ ਸ਼ੁਰੂ ਹੋਈ, ਖਾਸ ਕਰ ਚਾਈਨਾ ਦੇ ਵਿੱਚ। ਫਿਰ ਹੁਣ ਤਾਂ ਖੈਰ ਸਾਬਣ ਤੋਂ ਲੈ ਕੇ ਸਪਰੇ, ਪਰਫਿਊਮਾਂ, ਹੁਣ ਤਾਂ ਹਰ ਚੀਜ਼ ਵਿੱਚ ਹੀ ਤੁਸੀਂ ਮਠਿਆਈਆਂ ਜਿਹਦੇ 'ਚ ਮਰਜ਼ੀ ਇਹ ਪਾ ਸਕਦੇ ਹੋ। ਪਰ ਦਰਅਸਲ ਜਿਹੜੀ ਖੋਜ ਹੋਈ, ਮੈਂ ਉਹ ਤੁਹਾਨੂੰ ਦੱਸ ਦਿੰਦੀ ਹਾਂ। ਸਭ ਤੋਂ ਪਹਿਲਾਂ ਸਾਊਦੀ ਅਰਬ ਵਿੱਚ 30 ਗਰਭਵਤੀ ਚੂਹੀਆਂ ਤੇ ਇਹਦੇ ਬਾਰੇ ਖੋਜ ਹੋਈ ਸੀ ਜੀ, ਜਿਸ 'ਚ 3 ਹਿੱਸਿਆਂ 'ਚ ਉਹਨਾਂ ਨੂੰ ਵੰਡ ਦਿੱਤਾ ਗਿਆ। ਯਾਨੀ ਜਿਹੜੀਆਂ 30 ਚੂਹੀਆਂ ਸੀ, ਉਹਨਾਂ 'ਚੋਂ 10 ਨੂੰ 10% ਖਾਣ ਨੂੰ ਦਿੱਤੀ ਗਈ, ਬਾਕੀ ਨੂੰ 20% ਤੇ ਛੋਟੀ ਇਲਾਇਚੀ ਦਿੱਤੀ ਗਈ, ਤੇ ਤੀਸਰੇ ਗਰੁੱਪ ਨੂੰ ਸਿਰਫ ਮਿੱਠਾ ਪਾਣੀ ਦਿੱਤਾ ਗਿਆ। ਅੱਛਾ ਜੀ। ਹੁਣ ਇਹਨਾਂ ਚੂਹੀਆਂ ਸਾਰੀਆਂ ਜੋ ਗਰਭਵਤੀ ਸਨ, ਇਹਨਾਂ ਨੂੰ ਬੱਚਾ ਜੰਮਣ ਤੋਂ 15 ਦਿਨ ਬਾਅਦ ਤੱਕ ਇਹਨਾਂ ਨੂੰ ਇਲਾਇਚੀ ਦਿੱਤੀ ਜਾਂਦੀ ਰਹੀ ਜੀ। ਹੁਣ ਇਹਨਾਂ ਚੂਹੀਆਂ ਦੇ ਅੱਗੋਂ ਬੱਚਿਆਂ ਦੇ ਵਿੱਚ ਜਦੋਂ ਖੋਜ ਕੀਤੀ ਗਈ ਤਾਂ ਇਹ ਵੇਖਣ ਵਿੱਚ ਮਿਲਿਆ ਕਿ ਉਹ ਨਵੀਂ ਗੱਲ ਸਿੱਖਣ ਦੀ ਤਾਕਤ, ਯਾਦ ਸ਼ਕਤੀ, ਯਾਨੀ ਜੇ ਕਿਤੇ ਛੱਡ ਕੇ ਆਉਣਾ ਤਾਂ ਘੁੰਮ ਕੇ ਵਾਪਸ ਉਸ ਥਾਂ ਤੇ ਉਹਨਾਂ ਦਾ ਪਹੁੰਚਣਾ, ਅੱਖਾਂ ਕਿੰਨੀ ਛੇਤੀ ਖੁੱਲੀਆਂ, ਭਾਰ ਉਹਨਾਂ ਦਾ, ਵਾਲਾਂ ਦੀ ਲੰਬਾਈ, ਉਹਨਾਂ ਦੇ ਸਰੀਰ ਅੰਦਰ ਨਿਕਲਦੇ ਰਸ ਜਿਵੇਂ ਸਰੋਟੋਨਿਨ, ਡੋਪਾਮੀਨ, ਜੋ ਕਿ ਤਣਾਅ ਘਟਾ ਦੇਣ ਵਾਲਿਆਂ ਦੇ ਵਿੱਚ ਆਦਿ, ਕਿਵੇਂ ਸਾਰਾ ਉਹਨਾਂ ਦੇ ਬਾਰੇ ਦੇਖਿਆ ਗਿਆ ਤਾਂ ਪਤਾ ਲੱਗਿਆ ਕਿ ਇਹ ਸਾਰੇ ਦਾ ਸਾਰਾ ਕੁਛ ਦਿਮਾਗ ਅੰਦਰਲੇ ਰਸ ਤੇ ਇਹ ਸਾਰੀ ਸਰੀਰਕ ਤੇ ਦਿਮਾਗੀ ਜੋ ਤਬਦੀਲੀਆਂ ਸੀ, ਇਹ ਸਾਰੀਆਂ ਉਹਨਾਂ ਵਿੱਚ ਉੱਕਾ ਹੀ ਨਹੀਂ ਸੀ ਜਿਨ੍ਹਾਂ ਨੂੰ ਇਲਾਇਚੀ ਨਹੀਂ ਸੀ ਦਿੱਤੀ ਗਈ। ਯਾਨੀ ਉਹ ਜਿਹੜੀਆਂ 10 ਚੂਹੀਆਂ ਜਿਨ੍ਹਾਂ ਦੇ ਵਿੱਚ ਇਲਾਇਚੀ ਨਹੀਂ ਸੀ ਦਿੱਤੀ ਗਈ, ਉਹਨਾਂ 'ਚ ਕੁਝ ਵੀ ਨਹੀਂ ਲੱਭਿਆ। 10% ਜਿਨ੍ਹਾਂ 'ਚ ਦਿੱਤੀ ਗਈ ਸੀ, ਉਹਦੇ ਵਿੱਚ ਇਹ ਥੋੜਾ ਬਹੁਤ ਫਰਕ ਦਿਸਿਆ। ਜਿਨ੍ਹਾਂ ਨੂੰ 20% ਦਿੱਤੀ ਗਈ ਸੀ, ਉਹ ਸਾਰੀਆਂ 'ਚ ਇਹ ਚੀਜ਼ਾਂ
ਸਪਸ਼ਟ ਰੂਪ ਵਿੱਚ ਦਿਸਿਆ ਕਿ ਉਹਨਾਂ ਵਿੱਚ ਫਾਇਦਾ ਹੋਇਆ ਜੀ। ਹੁਣ ਇਹ ਤੱਥ ਤੋਂ ਬਾਅਦ ਫਿਰ ਪਹਿਲੀ ਵਾਰ ਜਦੋਂ ਕਿਸੇ ਮਨੁੱਖੀ ਦੇ ਅਸਰ ਦੇਖਣ ਲਈ ਜਦੋਂ ਦਿੱਤਾ ਗਿਆ ਤਾਂ ਸਭ ਤੋਂ ਪਹਿਲਾਂ, ਕਿਉਂਕਿ ਡਰ ਹੁੰਦਾ ਜੇ ਕਿ ਬਹੁਤ ਹੀ ਮੇਜਰ ਚੀਜ਼ ਲਈ ਨਾ ਦਿੱਤਾ ਜਾਏ, ਸੋ ਸਭ ਤੋਂ ਪਹਿਲਾਂ ਜੀ ਕੱਚਾ ਹੋਣ ਵਾਸਤੇ ਜੋ ਗਰਭਵਤੀ ਔਰਤਾਂ ਸੀ ਉਹਨਾਂ ਨੂੰ ਦਿੱਤਾ ਗਿਆ ਤਾਂ ਦੇਖਿਆ ਗਿਆ ਕਿ ਉਹਨਾਂ 'ਚ ਜੀ ਕੱਚਾ ਹੋਣ ਜਿਹੜਾ ਹੋਣਾ ਸੀ ਇਹ ਇਲਾਇਚੀ ਖਾਣ ਨਾਲ ਘਟਿਆ ਲੱਭਿਆ ਜੀ। ਇਸੇ ਤਰ੍ਹਾਂ ਕਬਜ਼ ਲਈ, ਟੱਟੀਆਂ ਲਈ, ਅਫਾਰੇ ਲਈ, ਬਦਹਜ਼ਮੀ ਲਈ ਵੀ ਇਲਾਇਚੀ ਦਾ ਜਿਹੜਾ ਪਾਣੀ ਸੀ, 2 ਇਲਾਇਚੀਆਂ, ਉਹਦੇ ਵਿੱਚ ਅੱਧਾ ਚਮਚ ਸ਼ਹਿਦ ਤੇ ਚੁੰਡੀ ਕਾਲਾ ਨਮਕ ਜਦੋਂ ਦੇ ਕੇ ਦਿੱਤਾ ਗਿਆ ਤਾਂ ਇਹ ਸਾਰੀਆਂ ਵਿੱਚ ਹੀ ਇਹਨਾਂ ਨੂੰ ਗਰਭਵਤੀ ਔਰਤਾਂ ਨੂੰ ਫਾਇਦਾ ਦਿਸਿਆ। ਯਾਨੀ ਦਵਾਈ ਨਹੀਂ ਦਿੱਤੀ ਗਈ ਸੀ ਤਾਂ ਇਹਨਾਂ 'ਚ ਫਿਰ ਹੁਣ ਇਹਦੇ 'ਚ ਜੋ ਤੱਤ ਲੱਭੇ ਗਏ ਉਹ ਸਨ ਪਾਈਨੀਨ, ਸੈਬੀਨੀਨ, ਮਿਰਸੀਨ, ਲਿਮੋਨੀਨ, यानी ट्रैप्टो खासी, यानी बहुत चीज़ां ने ਜਿਹੜੇ ਐਂਟੀਆਕਸੀਡੈਂਟ ਨੇ, ਸੋਜ਼ਿਸ਼ ਘਟਾਉਣ ਵਿੱਚ ਵੀ ਮਦਦ ਕਰਦੇ ਨੇ ਤੇ ਲੈਬੋਰੇਟਰੀ ਵਿੱਚ ਲੱਭਿਆ ਗਿਆ ਕਿ ਤੱਤਾਂ ਸਦਕਾ ਵਾਇਰਸ ਕੀਟਾਣੂਆਂ ਤੇ ਵੀ ਮਾੜਾ ਮੋਟਾ ਅਸਰ ਦਿਸਿਆ। ਦਾ ਮਤਲਬ ਸੀ ਕਿ ਜਦੋਂ ਦਵਾਈਆਂ ਦੇ ਨਾਲ ਨਾਲ, ਮੇਰੀ ਖਾਸ ਤੌਰ ਤੇ ਇੱਕ ਸ਼ਬਦ ਤੇ ਧਿਆਨ ਦੇਣਾ, ਇਹ ਸਾਰੇ ਜਦੋਂ ਇਹ ਦਿੱਤੇ ਗਏ ਇਹਦੇ ਚ ਦਵਾਈਆਂ ਦਿੱਤੀਆਂ ਜਾ ਰਹੀਆਂ ਸਨ, ਉਹਨਾਂ ਦੇ ਨਾਲ ਜਦੋਂ ਜਿਨ੍ਹਾਂ ਨੂੰ ਇਲਾਇਚੀ ਨਾਲ ਦਿੱਤੀ ਗਈ ਸੀ ਉਹਨਾਂ ਵਿੱਚ ਫਾਇਦਾ ਵੱਧ ਦਿਸਿਆ ਕਿ ਜਿਨ੍ਹਾਂ ਨੂੰ ਇਨਫੈਕਸ਼ਨ ਸੀ ਉਹਨਾਂ ਦੇ ਤਗੜੇ ਐਂਟੀਆਕਸੀਡੈਂਟ ਹੋਣ ਕਾਰਨ ਉਹ ਛੇਤੀ ਆਰਾਮ ਉਹਨਾਂ ਨੂੰ ਆਇਆ, ਦਵਾਈਆਂ ਨਾਲ ਚੱਲ ਰਹੀਆਂ ਸਨ। ਹੁਣ ਇਸੇ ਤਰ੍ਹਾਂ ਇਹਦੇ ਵਿੱਚ ਵੀ ਜੋ ਐਲਕਲੋਇਡ ਤੇ ਫਿਨੋਲਿਕ ਅੰਸ਼ ਸਨ ਉਹ ਜੋ ਕਿ ਸਾਡੇ ਕੋਲ ਅੱਗੇ ਪਹਿਲਾਂ ਹੋਰ ਚੀਜ਼ਾਂ ਰਾਹੀਂ ਵੀ ਖੋਜਾਂ ਰਾਹੀਂ ਪਤਾ ਲੱਗ ਚੁੱਕਿਆ ਕਿ ਦਿਲ, ਪੇਟ, ਜਿਗਰ, ਫੇਫੜੇ, ਗੁਰਦੇ, ਇਹ ਸਾਰੇ ਤਰ੍ਹਾਂ ਦੇ ਰੋਗਾਂ ਵਿੱਚ ਜਦੋਂ ਇਮਿਊਨਿਟੀ ਦੇ ਸੈੱਲਾਂ ਨੂੰ ਰਵਾਂ ਕਰਨਾ ਹੋਏ ਤਾਂ ਦਵਾਈਆਂ ਦੇ ਨਾਲੋਂ ਨਾਲ ਜਿਹੜੇ ਇਲਾਇਚੀਆਂ ਵਰਤ ਰਹੇ ਸਨ ਉਹਨਾਂ ਵਿੱਚ ਇਹ ਬਿਹਤਰ ਅਸਰ ਉਹਨਾਂ ਨੂੰ ਹੋਇਆ ਦਿਸਿਆ। ਹੁਣ ਇਹਦੇ ਵਿੱਚ ਜਦੋਂ ਇਹ ਖੋਜਾਂ ਜੇ ਜਾਰੀ ਸਨ ਤਾਂ ਕਿੰਗ ਸੌਦ ਯੂਨੀਵਰਸਿਟੀ ਸਾਊਦੀ ਅਰਬ ਵਿੱਚ ਇੱਕ ਹੋਰ ਖੋਜ ਜੋ ਕਈ ਸਾਲਾਂ ਤੱਕ ਚੱਲੀ ਸੀ ਚੂਹਿਆਂ ਉੱਤੇ ਹੀ, ਉਹਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਜਿਹੜੇ ਚੂਹਿਆਂ ਨੂੰ ਦਮੇ ਦੇ ਅਟੈਕ ਹੋ ਰਹੇ ਸਨ ਉਹ ਜਦੋਂ ਇਲਾਇਚੀ ਦਾ ਪਾਣੀ ਉਹਨਾਂ ਨੂੰ ਨਾਲ ਦਵਾਈਆਂ ਦੇ ਦਿੱਤਾ ਗਿਆ ਤਾਂ ਉਹ ਦਮੇ ਦੇ ਅਟੈਕ ਕਾਫੀ ਘੱਟ ਹੋ ਗਏ। ਇਸੇ ਤਰ੍ਹਾਂ ਜਿਨ੍ਹਾਂ ਨੂੰ ਹਾਰਟ ਅਟੈਕ ਉਹਨਾਂ ਦੇ ਕਰਵਾਏ ਜਾਂਦੇ ਸੀ ਜਾਂ ਜਿਵੇਂ ਵੀ ਉਹ ਹੁਣ ਖੋਜਾਂ ਕਰਦੇ ਨੇ, ਉਹਨਾਂ ਵਿੱਚ ਰਿਕਵਰੀ ਵੀ ਫਾਸਟ ਹੋਈ ਕਿ ਦਿਲ ਦੇ ਪੱਠੇ, ਮੈਂ ਇੱਕ ਫਿਰ ਦੁਬਾਰਾ ਦੁਹਰਾ ਰਹੀ ਹਾਂ ਕਿ ਇਹਨਾਂ ਸਾਰਿਆਂ 'ਚ ਦਵਾਈਆਂ ਦਿੱਤੀਆਂ ਜਾ ਰਹੀਆਂ ਸਨ, ਯਾਨੀ ਇਕੱਲੀ ਇਲਾਇਚੀ ਦਾ ਨਹੀਂ ਕੋਈ ਫਾਇਦਾ, ਇੱਕ ਐਡੀਸ਼ਨਲ ਵਜੋਂ ਇਸ ਤਰ੍ਹਾਂ ਜਿਨ੍ਹਾਂ ਨੂੰ ਦਵਾਈਆਂ ਦੇ ਨਾਲ ਇਲਾਇਚੀ ਦਿੱਤੀ ਗਈ ਉਹ ਛੇਤੀ ਇੰਪਰੂਵ ਹੋਏ। ਸੋ ਉਹਨਾਂ ਵਿੱਚ ਫਿਰ ਇਹ ਦੁਬਾਰਾ ਇੱਕ ਵਾਰ ਕਨਫਰਮ ਕਰਨ ਲਈ ਖੋਜ ਕੀਤੀ ਗਈ ਕਿ ਵਾਕਈ ਕੋਈ ਦਿਮਾਗ ਤੇ ਅਸਰ ਹੁੰਦਾ ਵੀ ਹੈ ਕਿ ਨਹੀਂ। ਸੋ ਉਹਨਾਂ ਨੇ ਕਈ ਸਾਲ ਇਹ ਖੋਜ ਚਲਾਈ ਵੱਖੋ ਵੱਖ ਚੂਹਿਆਂ ਤੇ, ਉਹਨਾਂ ਦੇ ਅੱਗੋਂ ਬੱਚਿਆਂ ਤੇ, ਫਿਰ ਉਸ ਤੋਂ ਅੱਗੇ ਕਰਦੇ, ਪਰ ਉਹਨਾਂ ਨੇ ਕਨਫਰਮ ਕਰ ਦਿੱਤਾ ਕਿ ਸਾਰੇ ਦੇ ਸਾਰੇ ਉਹ ਚੂਹੇ ਜੋ ਜਿਨ੍ਹਾਂ ਦੀਆਂ ਚੂਹੀਆਂ ਮਤਲਬ ਮਾਵਾਂ ਨੂੰ ਇਲਾਇਚੀ ਪਿਆਈ ਗਈ ਸੀ ਉਹਨਾਂ ਦੇ ਬੱਚੇ ਦਿਮਾਗੀ ਪੱਖੋਂ ਤੇਜ਼ ਸੀ, ਸਿਆਣਪ ਵੀ ਵੱਧ ਸੀ ਉਹਨਾਂ 'ਚ। ਤੇ ਇਹਨੂੰ ਫਿਰ ਅੱਗੋਂ ਜਦੋਂ ਬੰਦਿਆਂ ਤੇ ਵਰਤਣ ਦੀ ਗੱਲ ਆਈ ਤਾਂ ਕਾਫੀ ਮੁਲਕਾਂ ਚੋਂ, ਖਾਸ ਕਰ ਅਮਰੀਕਾ ਚੋਂ ਵੀ ਵਿਗਿਆਨੀ ਸਾਰੇ ਪਹੁੰਚੇ ਵੀ ਸਾਨੂੰ ਦਿਖਾਓ ਪਹਿਲਾਂ ਕੀ ਹੋ ਰਿਹਾ। ਤਾਂ ਉੱਥੇ ਫਿਰ 50 ਵਾਰ ਯਾਨੀ ਚੂਹੇ ਇਹੋ ਜਿਹੇ ਉੱਥੇ ਛੱਡ ਦਿੱਤੇ ਗਏ, ਸਾਰੇ ਦੇ ਸਾਰੇ, ਜਿਨ੍ਹਾਂ ਚੋਂ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਕਿਹੜਾ ਚੂਹਾ ਯਾਨੀ ਇਲਾਇਚੀ ਵਾਲੇ ਹੈਗਾ ਜਿਹਦੇ ਤੇ ਅਸਰ ਜਾਂ ਕਿਹੜਾ ਨਹੀਂ। ਸਾਰੇ ਇਕੱਠੇ ਛੱਡ ਦਿੱਤੇ ਗਏ ਪਰ ਸਭ ਮਾਰਕ ਕੀਤੇ ਹੋਏ ਸਨ ਜੋ ਕਿ ਸਿਰਫ ਇੱਕੋ ਹੀ ਬੰਦੇ ਨੂੰ ਪਤਾ ਸੀ ਕਿਹੜੇ ਵਾਲਾ ਕਿਹੜਾ। ਫਿਰ ਇਹ ਦੇਖਿਆ ਗਿਆ ਕਿ ਸਾਰਿਆਂ ਨੂੰ ਛੱਡ ਦਿੱਤਾ ਗਿਆ, ਇਹਨਾਂ ਨੂੰ ਜਿਹੜੀਆਂ ਥਾਵਾਂ ਚੋਂ ਲੰਘਣਾ ਸੀ, ਵਾਪਸ ਲੱਭ ਕੇ ਆਉਣਾ ਸੀ। ਜਦੋਂ ਸਾਰੇ ਦੇ ਸਾਰੇ ਉਹ 50 ਚੂਹੇ ਇਸੇ ਤਰ੍ਹਾਂ ਤੁਰੇ ਵਾਪਸ ਆਏ, ਫਿਰ ਜਿਹੜੇ ਪਹਿਲਾਂ ਆਏ ਤੇ ਜਿਹੜੇ ਕਾਫੀ ਸਮੇਂ ਨਾਲ ਆਏ ਸਭ ਦਾ ਅਲਟੀਮੇਟਲੀ ਫਿਰ ਜਦੋਂ ਫਾਈਨਲ ਚੈੱਕ ਕੀਤਾ ਗਿਆ, ਨੋਟ ਕਰ ਲਏ ਵੀ ਆ ਛੇਤੀ ਗਏ, 50 ਚ ਗਏ, ਤਾਂ ਫਿਰ ਦੇਖਿਆ ਗਿਆ ਕਿ ਵਾਕਈ ਜਿਹੜੇ 30 ਚੂਹੇ ਪਹਿਲਾਂ
ਪਹੁੰਚ ਗਏ ਸਨ ਸਾਰੇ ਦੇ ਸਾਰੇ ਉਹੀ ਸਨ ਨਿਕਲੇ ਜਿਨ੍ਹਾਂ ਦੀ ਮਾਂ ਨੂੰ ਇਲਾਇਚੀ ਦਿੱਤੀ ਗਈ। ਅੱਛਾ ਜੀ। ਯਾਨੀ ਇਹ ਕਨਫਰਮ ਹੋਇਆ, ਇੱਕ ਵਾਰ ਨਹੀਂ, 2 ਵਾਰ ਨਹੀਂ, ਲਗਭਗ 50 ਖੋਜਾਂ ਹੋ ਚੁੱਕੀਆਂ ਜਿਨ੍ਹਾਂ ਤੇ ਹਰ ਵਾਰ ਇਹੋ ਕਨਫਰਮ ਹੋਇਆ ਕਿ ਇਹ ਇਲਾਇਚੀ ਦਾ ਅਸਰ ਦਿਮਾਗ ਉੱਤੇ ਕਾਫੀ ਜ਼ਿਆਦਾ ਵਧੀਆ ਦਿਸਿਆ। ਅੱਛਾ ਜੀ। ਇਹਦੇ ਨਾਲ ਫਿਰ ਕੀ ਉਹਨਾਂ ਨੇ ਸ਼ੁਰੂ ਕੀਤੀ ਗੱਲ ਇੱਕ ਕਿ ਜਿਹੜੀ ਕੈਂਸਰ ਦੇ ਪੇਸ਼ੈਂਟਸ ਦੇ ਉੱਤੇ ਪਹਿਲਾਂ ਹੁਣ ਕੀਤਾ ਗਿਆ, ਜੋ ਕਿ ਖੋਜ ਬੰਦਿਆਂ ਉੱਤੇ ਕਿ ਇਹ ਹੁਣ ਆਖਰੀ ਸਟੇਜ ਤੇ ਨੇ, ਚਲੋ ਜੀ ਟਰਾਇਲ ਕਰਕੇ ਦੇਖ ਲੈਂਦੇ ਹਾਂ ਜੇ ਕੋਈ ਫਾਇਦਾ ਦਿਸਦਾ। ਪਰ ਉਹ ਫਾਇਦਾ ਕੀ ਹੋਇਆ, ਕਲਕੱਤੇ ਦੇ ਨੈਸ਼ਨਲ ਚਿਤਰੰਜਨ ਕੈਂਸਰ ਇੰਸਟੀਚਿਊਟ ਵਿੱਚ ਹੋਇਆ ਇਹ ਗੱਲ ਕਿ ਜਿਨ੍ਹਾਂ ਨੂੰ ਕੈਂਸਰ ਦੇ ਨਾਲ, ਕਿਉਂਕਿ ਬਹੁਤ ਜ਼ਿਆਦਾ ਢਹਿੰਦੀ ਕਲਾ ਵਿੱਚ ਚਲੇ ਗਏ ਸਨ, ਉਹ ਸਾਰਿਆਂ ਨੂੰ ਇੱਕ ਵਾਰਡ ਦੇ ਵਿੱਚ ਰੱਖਿਆ ਗਿਆ ਜਿਨ੍ਹਾਂ ਵਿੱਚ ਅੱਧਿਆਂ ਨੂੰ ਇਲਾਇਚੀ ਵਾਲੀ ਚਾਹ ਪਿਆਈ ਗਈ ਤੇ ਅੱਧਿਆਂ ਨੂੰ ਬਗੈਰ ਇਲਾਇਚੀ ਦੇ, ਯਾਨੀ ਇਸ ਤਰ੍ਹਾਂ ਉਹ ਰੱਖੇ ਗਏ ਜਿਸ ਇੱਕੋ ਹੀ ਵਾਰਡ ਦੇ ਵਿੱਚ। ਤੇ ਅਸਰ ਦੇਖੋ ਮਿੰਟਾਂ ਦੇ ਵਿੱਚ ਸੀ, ਯਾਨੀ ਜਿਹੜੇ ਉਸੇ ਤਰ੍ਹਾਂ ਵਿੱਚ ਪਿਆਉਣ ਤੋਂ ਬਾਅਦ, ਕਿਉਂਕਿ ਉਹ ਖੋਜੀ ਵਿਗਿਆਨੀ ਡਾਕਟਰ ਉੱਥੇ ਹੀ ਸਨ, ਸੋ ਇਹ ਦੇਖਣ ਵਿੱਚ ਆਇਆ ਕਿ ਇੱਕ ਵਾਰਡ ਦੇ ਜਿਵੇਂ ਸੱਜੇ ਪਾਸੇ ਪਏ ਨੇ, ਇੱਕ ਖੱਬੇ ਪਾਸੇ ਪਏ ਨੇ, ਸੋ ਸੈਂਟਰ ਚੋਂ ਲੰਘਦੇ ਵੀ ਇਹ ਦੇਖਿਆ ਗਿਆ ਕਿ ਚਾਹ ਪੀਣ ਤੋਂ ਲਗਭਗ 20 ਮਿੰਟ ਦੇ ਅੰਦਰ ਉਹਨਾਂ ਦੇ ਚਿਹਰੇ ਤੇ ਯਾਨੀ ਰੱਤੀ ਜਿਹੀ ਗੱਲ ਕਰਦਿਆਂ ਜਿਵੇਂ ਅੱਗੇ ਜੋ ਬਿਲਕੁਲ ਹੀ ਸਿਰ ਸੁੱਟੀ ਬੈਠੇ ਸਨ, ਹਲਕੀ ਜਿਹੀ ਮੁਸਕਾਨ ਤੇ ਰੱਤਾ ਜਿਹਾ ਜਿਵੇਂ ਚਿਹਰੇ ਦੇ ਰੌਣਕ ਦਿਸੀ, ਜੋ ਕਿ ਚੂਹਿਆਂ ਦੇ ਦਿਮਾਗ ਦੇ ਜਦੋਂ ਉਹਨਾਂ ਨੂੰ ਮਾਰਨ ਤੋਂ ਬਾਅਦ ਇਹ ਲੱਭਿਆ ਗਿਆ ਸੀ, ਜਿਨ੍ਹਾਂ ਦੇ ਇਲਾਇਚੀ ਦਿੱਤੀ ਗਈ ਸੀ, ਕਿ ਉਹਨਾਂ ਦੇ ਹਿੱਪੋਕੈਂਪਸ ਤੇ ਸੈਰਬਰਲ ਕਾਰਟੈਕਸ ਵਿੱਚ ਗਲੂਟਾਥਿਓਨ ਦੀ ਮਾਤਰਾ ਕਾਫੀ ਵਧੀ ਰਹੀ ਲੱਭੀ, ਜੋ ਕਿ ਕਨਫਰਮ ਹੋ ਗਿਆ ਕਿ ਵਾਕਈ ਇਹਦਾ ਅਸਰ ਢਹਿੰਦੀ ਕਲਾ ਵਿੱਚ ਬਾ ਕਮਾਲ ਦਿਖਦਾ। ਅੱਛਾ, ਢਹਿੰਦੀ ਕਲਾ ਚ ਇਲਾਇਚੀ ਖਾਣੀ ਜ਼ਰੂਰ ਚਾਹੀਦੀ ਹੈ, ਕਿਵੇਂ ਖਾਣੀ ਚਾਹੀਦੀ ਜੀ? ਯਾਨੀ ਹੁਣ ਇਹਦੇ ਵਿੱਚ ਇਹਨਾਂ ਨੂੰ ਕੀਤਾ ਕਿ ਉਸ ਤੋਂ ਬਾਅਦ ਕਨਫਰਮ ਕਿਵੇਂ ਕਰੀਦੀ ਹੈ ਡਾਕਟਰੀ ਖੋਜ, ਕਿ ਉਸ ਤੋਂ ਬਾਅਦ ਇਹਨਾਂ ਨੂੰ ਕੀਤਾ ਗਿਆ, ਸਾਰਿਆਂ ਨੂੰ ਮੂਡ ਐਲੀਵੇਸ਼ਨ ਡਰੱਗਸ ਦਿੱਤੀਆਂ ਗਈਆਂ, ਦਵਾਈਆਂ ਦਿੱਤੀਆਂ ਗਈਆਂ ਕਿ ਤੁਹਾਡੇ ਢਹਿੰਦੀ ਕਲਾ ਜਿਹਦੇ ਨਾਲ ਜਾ ਸਕੇ, ਉਹ ਅਸਰ ਥੋੜਾ ਲੇਟ ਕਰਦੀ ਹੈ ਦਵਾਈ ਜੀ। ਹੁਣ ਇਹ ਸਾਰੇ ਵਾਰਡ ਦੇ ਵਿੱਚ ਦਿੱਤੀ ਗਈ ਸੀ, ਸਾਰੇ ਦੇ ਸਾਰਿਆਂ ਨੂੰ, ਸੱਜੇ ਵਾਲਿਆਂ ਨੂੰ ਵੀ ਖੱਬੇ ਵਾਲਿਆਂ ਨੂੰ ਵੀ। ਦਵਾਈ ਦਿੰਦਿਆਂ ਹੋਇਆਂ ਜਦੋਂ ਉਸ ਤੋਂ ਬਾਅਦ ਦੇਖਿਆ ਗਿਆ ਕਿ ਜਿਸ ਗਰੁੱਪ ਨੂੰ ਪਹਿਲਾਂ ਵੀ ਇਲਾਇਚੀ ਵਾਲੀ ਚਾਹ ਦਿੱਤੀ ਜਾਂਦੀ ਸੀ, ਉਹਨੂੰ ਉਸੇ ਤਰ੍ਹਾਂ ਇਲਾਇਚੀ ਵਾਲੀ ਚਾਹ ਫੇਰ ਦਿੱਤੀ ਗਈ, ਤਾਂ ਇਹ ਦੇਖਣ ਵਿੱਚ ਆਇਆ ਕਿ ਮੂਡ ਠੀਕ ਕਰਨ ਵਾਲੀਆਂ ਦਵਾਈਆਂ ਨੇ ਲਗਭਗ ਹਫ਼ਤਾ ਜਾਂ 10 ਦਿਨ ਲੈਣਾ ਸੀ ਅਸਰ ਦਿਖਾਉਂਦਿਆਂ, ਪਰ ਜਿਸ ਪਾਸਿਆਂ ਨੂੰ ਇਲਾਇਚੀ ਦਿੱਤੀ ਗਈ ਸੀ ਉਹਨਾਂ ਦੀ ਮੂਡ ਐਲੀਵੇਸ਼ਨ ਦੇ ਵਿੱਚ, ਯਾਨੀ ਢਹਿੰਦੀ ਕਲਾ ਵਿੱਚ ਛੇਤੀ ਅਸਰ ਦਿਸਿਆ। ਭਾਵੇਂ ਕੈਂਸਰ ਨਹੀਂ ਘਟਿਆ, ਸਭ ਕੁਛ ਹੋਣਾ ਹੈ, ਪਰ ਉਹ ਢਹਿੰਦੀ ਕਲਾ ਕਾਫੂਰ ਕਰਨ ਵਿੱਚ ਇਲਾਇਚੀ ਦਾ ਰੋਲ ਸੀ, ਜਿਸ ਵਿੱਚ 2 ਇਲਾਇਚੀਆਂ ਉਹਨਾਂ ਦੇ ਹਰ ਕੱਪ ਦੇ ਵਿੱਚ ਜੋ ਉਹਨਾਂ ਨੂੰ ਡੋਜ਼ ਦੇ ਵਿੱਚ ਪਾ ਕੇ ਦਿੱਤੀ ਗਈ ਸੀ, ਉਹਦਾ ਅਸਰ ਦਿਸਿਆ। ਯਾਨੀ ਇਹਦਾ ਮਤਲਬ ਹੈ ਕਿ ਆਪਾਂ ਜਦੋਂ ਪ੍ਰੋਗਰਾਮ ਖਤਮ ਕਰਾਂਗੇ ਨਾ ਭਾਜੀ, ਤਾਂ ਮੇਰਾ ਖਿਆਲ ਹੈ ਹਰ ਕਿਸੇ ਨੇ ਦੇਖੋ ਜੀ ਰਸੋਈ 'ਚ ਵੜ ਜਾਣਾ, ਉਹਦੀ ਕਹਿਣਾ ਵੀ ਇਲਾਇਚੀਆਂ ਵਾਲੀ ਚਾਹ ਬਣਾਓ। ਬਿਲਕੁਲ, ਮੈਨੂੰ ਲੱਗਦਾ ਗਾਣੇ 'ਚ ਵੀ ਤਾਂਹੀਆਂ ਚੱਲੀਆਂ ਹੋਣੀਆਂ ਲੌਂਗ ਇਲਾਇਚੀਆਂ ਵਾਲੀ ਚਾਹ, ਹਨਾ ਜੀ? ਮੈਨੂੰ ਲੱਗਦਾ ਪਤਾ ਹੋਣਾ ਪਹਿਲਾਂ ਕਿਸੇ ਵੈਦ ਗੁਰੂ ਨੂੰ। ਬਿਲਕੁਲ, ਕਿਉਂਕਿ ਦੇਖੋ ਹਾਜ਼ਮਾ ਕਰਨ ਲਈ ਤਾਂ ਮੈਨੂੰ ਪਤਾ ਦਾਦੀਆਂ ਨਾਨੀਆਂ ਦੇ ਨੁਸਖਿਆਂ ਵਿੱਚ ਸਦੀਆਂ ਤੋਂ ਇਹ ਵਰਤੀ ਜਾਂਦੀ ਰਹੀ ਸੀ, ਪਰ ਇਹਨਾਂ ਖੋਜਾਂ ਨੇ ਕੁਛ ਹਿਲਾ ਹੀ ਦਿੱਤਾ ਇੱਕ ਤਰੀਕੇ ਸਾਰਿਆਂ ਨੂੰ। ਮੈਂ ਹੁਣ ਦੱਸਣਾ ਚਾਹੁੰਦੀ ਹਾਂ ਕਿ ਇਹਦੇ ਵਿੱਚ ਜੋ ਫੂਡ ਸਾਇੰਸ ਨਿਊਟ੍ਰੀਸ਼ਨ ਜਰਨਲ ਸਨ 2021 ਜਨਵਰੀ ਵਿੱਚ ਜੋ ਖੋਜ ਵਿੱਚ ਛਪਿਆ, ਕਿਉਂਕਿ ਉਸ ਦੇ ਹਵਾਲੇ ਨਾਲ ਜੋ ਇਲਾਇਚੀ ਨੂੰ ਇੱਕ ਤਰੀਕੇ ਮਸਾਲਿਆਂ ਦੀ ਰਾਣੀ ਦਾ ਨਾਂ ਦੇ ਦਿੱਤਾ ਗਿਆ। ਹੁਣ ਉਹਦੇ ਵਿੱਚ ਜੋ ਤੱਥ ਛਪੇ ਨੇ, ਮੈਂ ਇਨ ਬਿਨ ਉਹੀ ਜੇ ਪੜ੍ਹ ਕੇ ਸੁਣਾ ਦਿਆਂ, ਮੇਰਾ ਖਿਆਲ ਤੇ ਬੜਾ ਅਸਰ ਹੋਏਗਾ, ਕਿਉਂਕਿ ਮੈਂ ਹਰਫ ਵੀ ਆਪਣੇ ਕੋਲੋਂ ਨਹੀਂ ਬਣਾ ਰਹੀ ਤੇ ਨਾ ਮੈਂ ਤੁਹਾਨੂੰ ਇਹ ਦੱਸ ਰਹੀ ਹਾਂ ਕਿ ਖੋਜਾਂ ਮੈਂ ਕੀਤੀਆਂ ਨੇ, ਬਿਲਕੁਲ ਨਹੀਂ ਕੀਤੀਆਂ। ਜੋ ਪਿੱਛੋਂ ਆਈਆਂ ਸੀ ਉਹੀ ਦੱਸ ਰਹੇ ਹਾਂ ਜੀ, ਵਿਦ ਰੈਫਰੈਂਸ। ਉਹ ਵੀ ਦੁਨੀਆ ਦੇ ਵੱਖੋ ਵੱਖਰੇ ਹਿੱਸਿਆਂ ਤੋਂ ਆਈਆਂ, ਮੈਂ ਕੋਈ ਆਪਣੀ ਨਹੀਂ, ਜਿਹਦੇ ਚ ਅਮਰੀਕਨ ਅਕੈਡਮੀ ਵਾਲਿਆਂ ਦੀ ਵੀ ਨੇ, ਜਿਵੇਂ ਸਾਊਦੀ ਅਰਬ ਦੀ ਵੀ ਮੈਂ ਤੁਹਾਨੂੰ ਦੱਸਿਆ, ਕਲਕੱਤੇ ਦੇ ਚਿਤਰੰਜਨ ਕੈਂਸਰ ਇੰਸਟੀਚਿਊਟ ਦੀ ਵੀ ਹੈ, ਤੇ ਹੁਣ ਇਹ ਜਰਨਲ ਵਿੱਚ ਜੋ ਛਪੀ ਫੂਡ ਸਾਇੰਸ ਨਿਊਟ੍ਰੀਸ਼ਨ ਜਰਨਲ ਵਿੱਚ, ਉਹਦੇ ਵਿੱਚ ਉਹਨਾਂ ਨੇ ਸਪਸ਼ਟ ਕੀਤਾ ਕਿ ਦੁਨੀਆ ਭਰ ਵਿੱਚ 71% 71% ਮੌਤਾਂ ਕ੍ਰੋਨਿਕ ਡਿਜ਼ੀਜ਼ਸ ਨਾਲ ਹੋ ਰਹੀਆਂ ਨੇ। ਬਿਲਕੁਲ, ਤੇ ਇਹ ਸਾਰੀਆਂ ਹੀ
ਜੋ ਹੁੰਦੀਆਂ ਨੇ ਉਹਨਾਂ ਵਿੱਚ ਹੌਲੀ-ਹੌਲੀ ਸਰੀਰਕ ਤਬਦੀਲੀਆਂ ਹੁੰਦੀਆਂ ਨੇ। ਜੀ ਮਿਸਾਲ ਵਜੋਂ ਕਿ ਕੁਝ ਖੁਰਾਕਾਂ ਜੋ ਅਸੀਂ ਗਲਤ ਖਾਂਦੇ ਹਾਂ ਤੇ ਉਹ ਜਿਵੇਂ ਰੋਜ਼ ਦੀ ਇੱਕ ਵੇਲੇ ਬਾਹਰੋਂ ਖਾ ਰਹੇ ਹਾਂ, ਡਿੱਕੀ ਆਖਰ ਆ ਗਈ, ਚੰਗੇ ਭਲੇ ਆ, ਪਰ ਉਹ ਸਮਝ ਨਹੀਂ ਉਦੋਂ ਆ ਰਹੀ ਹੁੰਦੀ ਕਿ ਛੋਟੀ ਉਮਰ ਚੋਂ ਹੀ ਬੱਚੇ ਦੇ ਯਾਨੀ ਉਹਦੇ ਜਿਹੜੇ ਦਿਲ ਦੀਆਂ ਨਾੜੀਆਂ ਨੇ ਉਹਨਾਂ ਵਿੱਚ ਤਾਂ ਪਹਿਲੇ ਸਾਲ ਦੇ ਵਿੱਚ ਹੀ ਕੰਮ ਜੰਮਣਾ ਸ਼ੁਰੂ ਹੋ ਜਾਂਦਾ। ਸੋ ਅਸੀਂ ਸਮਝਦੇ ਹੀ ਨਹੀਂ, ਜਦੋਂ ਇੱਕਦਮ ਇੱਕੋ ਰਾਤ ਹੁੰਦਾ ਵੀ ਅੱਜ ਛਾਤੀ 'ਚ ਦਰਦ ਹੋਈ, ਅਸੀਂ ਤਾਂ ਬਿਲਕੁਲ ਠੀਕ ਠਾਕ ਖਾ ਰਹੇ ਸਾਂ, ਕੀ ਹੋ ਗਿਆ, ਉਦੋਂ ਸਮਝ ਆਉਂਦੀ ਹੈ ਕਿ ਅੱਛਾ ਜੀ ਨੁਕਸਾਨ ਤਾਂ ਕਈ ਚਿਰਾਂ ਤੋਂ ਤੁਰਿਆ ਹੁੰਦਾ ਸੀ, ਅੱਜ ਇੱਕਦਮ ਹੋਇਆ ਹਾਰਟ ਅਟੈਕ। ਸੋ ਇਹ ਕ੍ਰੋਨਿਕ ਡਿਜ਼ੀਜ਼ ਜੋ ਹੌਲੀ ਹੌਲੀ ਸਾਨੂੰ ਤਣਾਅ ਦੇ ਅਧੀਨ ਬਲੱਡ ਪ੍ਰੈਸ਼ਰ, ਸ਼ੱਕਰ ਰੋਗ ਤੇ ਅਨੇਕ ਬਿਮਾਰੀਆਂ ਨਾਲ ਗ੍ਰਸਤ ਕਰਦੇ ਜਾਂਦੇ ਨੇ। ਇਹ ਅਸਲ ਵਿੱਚ ਜੋ ਸਰੀਰਕ ਤਬਦੀਲੀਆਂ ਨੇ ਉਹਨਾਂ ਨੂੰ ਰੋਕਿਆ ਜਾ ਸਕਦਾ ਹੈ। ਇਸ ਖੋਜ ਉੱਤੇ ਇਹ ਸਾਰੀ ਗੱਲ ਅੜੀ ਹੋਈ ਸੀ ਤੇ ਉਹਨਾਂ ਵਿੱਚੋਂ ਹੁਣ ਇਹਨਾਂ ਨੇ ਕੀਤੇ ਕੀ, ਜਿਹੜੀ ਇਹ ਜਰਨਲ ਵਿੱਚ ਛਪੀ, ਉਹਨਾਂ ਨੇ ਉਹ ਮਰੀਜ਼ ਸਭ ਤੋਂ ਪਹਿਲਾਂ ਉਹਨਾਂ ਬਾਰੇ ਦੱਸਿਆ ਸੀ, ਸ਼ਾਮਲ ਕੀਤਾ ਜਿਨ੍ਹਾਂ ਦੇ ਸਰੀਰ ਕੀਟਾਣੂਆਂ ਦੇ ਹਮਲੇ ਸਦਕਾ ਢਿੱਲੇ ਪਏ ਹੋਏ ਸਨ ਤੇ ਦਵਾਈਆਂ ਹੌਲੀ ਹੌਲੀ ਅਸਰ ਛੱਡ ਰਹੀਆਂ ਸੀ, ਲਾਸਟ ਸਟੇਜ ਦਵਾਈਆਂ ਟੀਕੇ ਲੱਗ ਰਹੇ ਸਨ ਜੀ। ਹੁਣ ਉਹਨਾਂ ਨੂੰ ਕਿਉਂਕਿ ਦੇਸੀ ਰਿਹਾ ਸੀ ਵੀ ਮਰੀਜ਼ ਤਾਂ ਚੱਲਿਆ, ਇਹਨੂੰ ਹੁਣ ਜੋ ਵੀ ਕੁਛ ਮਿਲਦਾ ਟਰਾਈ ਕਰ ਲੈਂਦੇ ਆ। ਸੋ ਉਹਨਾਂ ਨੂੰ ਇਲਾਇਚੀ ਦੇ ਤੱਤਾਂ ਤੋਂ ਬਣੀ ਦਵਾਈ ਦਿੱਤੀ ਗਈ। ਕੁਝ ਬਾਕੀ ਦਵਾਈਆਂ ਉਸੇ ਤਰ੍ਹਾਂ ਚੱਲਦੀਆਂ ਰਹੀਆਂ, ਐਡ ਔਨ ਦੇ ਨਾਲ ਇਲਾਇਚੀ ਤੋਂ, ਸਿਰਫ ਪਿਓਰ ਇਲਾਇਚੀ ਤੋਂ ਬਣੇ ਜੋ ਤੱਤ ਸਨ, ਜਿਵੇਂ ਮੈਂ ਜੋ ਦੱਸ ਕੇ ਹਟੀਆਂ, ਉਹਨਾਂ ਚੋਂ ਹੀ ਕੱਢੇ ਤੇ ਉਹ ਜਦੋਂ ਦਿੱਤੀ ਗਈ ਤਾਂ ਦੇਖਿਆ ਕਿ ਉਹਨਾਂ ਤੇ ਦਵਾਈ ਹੌਲੀ ਹੌਲੀ ਅਸਰ ਦਿਖਾਉਣ ਲੱਗ ਪਈ। ਯਾਨੀ ਇਹਨਾਂ ਵਿੱਚ ਅੰਦਰਲੀ ਸੋਜ਼ਿਸ਼ ਛੇਤੀ ਘਟ ਗਈ। ਜ਼ਾਹਰ ਹੈ ਕਿ ਦੇਖੋ ਮੈਂ ਕਿੰਨੀ ਵਾਰ ਦੁਹਰਾ ਰਹੀ ਹਾਂ, ਮੈਂ ਇੱਕ ਵਾਰ ਫੇਰ ਦੱਸ ਦਿਆਂ, ਇਲਾਇਚੀ ਕੱਲੀ ਨੇ ਇਹ ਅਸਰ ਨਹੀਂ ਸੀ ਦਿਖਾਇਆ। ਇੱਕ ਐਡ ਔਨ ਵਜੋਂ ਜਦੋਂ ਉਹ ਮਰੀਜ਼ ਚੱਲਿਆ ਸੀ ਵੀ ਕੁਛ ਨਹੀਂ ਇਹਦੇ ਤੇ ਅਸਰ ਕਰ ਰਿਹਾ, ਤਾਂ ਉਦੋਂ ਦੇਖਣ ਵਿੱਚ ਆਇਆ ਕਿ ਇੰਨਾ ਤਗੜਾ ਐਂਟੀਆਕਸੀਡੈਂਟ ਹੈ ਤੇ ਉਹਨੂੰ ਨਾਲ ਕਿਹਾ ਗਿਆ ਮਰੀਜ਼ ਨੂੰ ਵੀ ਕਾਕਾ ਹੁਣ ਤੈਨੂੰ ਇੱਕ ਐਸੀ ਰਾਮਬਾਣ ਬੂਟੀ ਖਵਾਉਣ ਲੱਗਿਆ ਵੀ ਸਵੇਰੇ 9/9 ਹੋ ਜਾਣਾ। ਸੋ ਉਹਦੇ ਅੰਦਰਲੀ ਚੜ੍ਹਦੀ ਕਲਾ ਵੀ ਕੁਛ ਉਹਨੂੰ ਫਰਕ ਪਾ ਕੇ ਗਈ। ਕੁਛ ਇਹ ਤੱਤ ਸਨ ਜਿਨ੍ਹਾਂ ਨੇ ਉਹਨੂੰ ਬਤੌਰ ਐਂਟੀ ਡਿਪਰੈਸੈਂਟ ਵਜੋਂ ਵੀ ਉਹਨੂੰ ਅਸਰ ਕੀਤਾ ਤੇ ਨਾਲ ਉਹਦੇ ਵਿੱਚ ਜਿਹੜੇ ਆਪਣੇ ਤੱਤ ਨੇ ਜੋ ਕਿ ਬਿਮਾਰੀ ਨਾਲ ਲੜ ਸਕਦੇ ਨੇ, ਉਹਨਾਂ ਨੇ ਇਹ ਸਾਰਾ ਫਾਇਦਾ ਦਿਖਾਇਆ ਜੀ। ਤੋ ਇਹ ਹੁਣ ਉਸ ਤੋਂ ਬਾਅਦ ਇੱਕ ਹੋਰ ਜਰਨਲ ਦਾ ਜ਼ਿਕਰ ਕਰਦੀ ਹਾਂ, ਜਿਹੜਾ ਕਿ ਬਾਇਓਲੋਜਿਕ ਜਰਨਲ ਆਫ ਬਾਇਓਲੋਜੀਕਲ ਐਂਡ ਕੈਮੀਕਲ ਰਿਸਰਚ ਵਿੱਚ ਜੋ ਖੋਜ ਛਪੀ ਜੀ, ਜਿਹਦੇ ਵਿੱਚ ਉਹਨਾਂ ਨੇ ਅਨੇਕ ਬੰਦਿਆਂ ਉੱਤੇ ਇਹ ਖੋਜ ਕੀਤੀ, ਜਿਸ ਰਾਹੀਂ ਉਹਨਾਂ ਨੇ ਤੱਤ ਕੱਢੇ ਜੋ ਕਿ ਇਲਾਇਚੀ ਪਿੱਤੇ ਵਿੱਚੋਂ ਸਾਡੇ ਬਾਈਲ ਰਸ ਵਧਾ ਕੇ ਹਾਜ਼ਮਾ ਵਧਾਉਂਦੀ ਹੈ, ਵੀ ਕਿਵੇਂ ਅਸਰ ਕਰਦੀ ਹੈ, ਢਿੱਡ ਵਿੱਚ ਨਹੀਂ ਪਿੱਤੇ ਵਿੱਚੋਂ ਅਸਰ ਕਰਦੀ ਜੇ। ਸੋ ਇਹਦੇ ਐਂਟੀਆਕਸੀਡੈਂਟ ਜੋ ਨੇ ਉਹ ਤਾਂ ਤਗੜੇ ਹਾਨੀ, ਪਰ ਇਹਦੇ ਬੀਜ ਮਸੂੜਿਆਂ ਤੇ ਦੰਦਾਂ ਨੂੰ ਤੰਦਰੁਸਤ ਰੱਖਦੇ ਨੇ ਜੀ, ਗਲਾ ਖਰਾਬ ਵਿੱਚ ਵੀ ਅਸਰਦਾਰ ਨੇ, ਯਾਨੀ ਤੁਸੀਂ ਚਾਹ ਲਓ, ਖੰਘ ਜ਼ੁਕਾਮ ਤੇ ਕੀਟਾਣੂਆਂ ਨੂੰ ਮਾਰਨ ਲਈ ਵੀ ਇਹ ਫਾਇਦੇਮੰਦ ਨੇ। ਬਲਕਿ ਕੁਝ ਕੇਸਾਂ ਵਿੱਚ ਜੋ ਉੱਲੀ ਵਰਗੀ ਬਿਮਾਰੀ ਲੱਗ ਜਾਂਦੀ, ਉਹਨਾਂ ਵਿੱਚ ਵੀ ਜਦੋਂ ਦਵਾਈਆਂ ਦੇ ਨਾਲੋਂ ਨਾਲ ਇਲਾਇਚੀ ਦਿੱਤੀ ਗਈ ਤਾਂ ਇਹਦੇ ਵਧੀਆ ਅਸਰ ਦਿਸੇ। ਯਾਨੀ ਤੁਸੀਂ ਸਮਝ ਸਕਦੇ ਹੋ ਕਿ ਕਿੰਨਾ ਇਹਦਾ ਤਗੜਾ ਅਸਰ ਸਿਰਫ ਇਸ ਇਲਾਇਚੀ ਦਾ ਹੀ ਜੋ ਲੱਭਿਆ ਗਿਆ। ਹੁਣ ਇਸ ਤੋਂ ਅੱਗੇ ਕੀ ਕੀਤਾ ਇਹਨਾਂ ਨੇ ਕਿ ਜਦੋਂ ਇਹ ਸਾਰਾ ਕੁਛ, ਇਹ ਰਿਪੋਰਟ ਜਿਹੜੀ ਮੈਂ ਲਾਸਟ ਹੁਣ ਦੱਸੀ ਜੇ ਨਾ, ਜਰਨਲ ਆਫ ਬਾਇਓਲੋਜੀਕਲ ਐਂਡ ਕੈਮੀਕਲ ਰਿਸਰਚ ਵਿੱਚ ਜੋ ਛਪੀ, ਉਸ ਤੋਂ ਬਾਅਦ ਜ਼ਰਾ ਕੁ ਅੰਦਾਜ਼ਾ ਲਾਓ ਕਿ ਇਹਦੀ ਜੋ ਡਿਮਾਂਡ ਸੀ ਕਿਸ ਤਰੀਕੇ ਗਈ ਕਿ ਸਨ 2017 ਵਿੱਚ ਅਪ੍ਰੈਲ ਤੋਂ ਦਸੰਬਰ ਤੱਕ 4180 ਟਨ ਇਲਾਇਚੀ ਭਾਰਤ ਤੋਂ ਬਾਹਰ ਗਈ, ਜੋ ਲਗਭਗ 456 ਕਰੋੜ ਦੀ ਸੀ ਜੀ। ਇਹੀ ਮੰਗ ਸਨ 2016 ਵਿੱਚ ਸਿਰਫ 2910 ਟਨ ਸੀ, ਜੋ ਲਗਭਗ 298 ਕਰੋੜ ਦੀ ਹੋਈ। ਹੁਣ ਇਹ ਮੰਗ 2020 ਵਿੱਚ 6800 ਟਨ ਤੇ ਪਹੁੰਚੀ ਤੇ ਹੁਣ ਤੱਕ ਜੇ 2021 ਦੀ ਗੱਲ ਕਰੀਏ 5500 ਟਨ ਜਾ ਵੀ ਚੁੱਕੀ ਬਾਹਰ। ਤੁਸੀਂ ਹਿਸਾਬ ਲਾ ਲਓ ਕਿ ਇਹਦੇ ਫਾਇਦੇ ਦੇਖਦੇ ਸਾਰ ਕਿਸ ਤਰੀਕੇ ਇਹਦੀ ਦਵਾਈਆਂ 'ਚ ਵਰਤੋਂ, ਇਹਦੇ ਖੁਰਾਕ ਵਿੱਚ ਵੱਖੋ ਵੱਖਰੇ ਡਾਈਟ ਦੇ ਵਿੱਚ ਵਰਤੋਂ,
ਕਿਵੇਂ ਇਲਾਇਚੀ ਦੇ ਬਿਸਕੁਟਾਂ ਦੇ ਵਿੱਚ ਤੇ ਹਰ ਚੀਜ਼ ਇਲਾਇਚੀ, ਬ੍ਰੈਡ ਇਲਾਇਚੀ, ਚਾਹ ਇਲਾਇਚੀ ਦਾ ਇਲਾਇਚੀ ਹੋਇਆ ਪਿਆ ਤੇ ਕਿਉਂ ਨਾ ਆਪਾਂ ਇਲਾਇਚੀਆਂ ਹੀ 2 ਪਾ ਕੇ ਖਾ ਲਿਆ ਕਰੀਏ। ਤੁਸੀਂ ਸਮਝ ਰਹੇ ਹੋ ਕਿੰਨੀ ਇੰਪੋਰਟੈਂਟ ਚੀਜ਼ ਹੈ। ਹੁਣ ਇਹਦੇ ਵਿੱਚ ਇਸ ਤੋਂ ਅੱਗੇ ਕੀ ਖੋਜ ਹੋਈ ਜੀ ਕਿ ਚਮੜੀ ਤੇ ਪਿਸ਼ਾਬ ਦੇ ਰੋਗਾਂ ਲਈ ਇਹਦਾ ਜੋ ਕਰੀਮਾਂ ਹੁਣ ਜ਼ਖਮਾਂ ਤੇ ਲਾਈਆਂ ਜਾ ਰਹੀਆਂ ਨੇ, ਇਲਾਇਚੀ ਦੇ ਤੇਲ ਦੀ ਸਿਨਿਓਲ, ਜੋ ਕਿ ਤੁਸੀਂ ਨਾਮ ਪੜੋਗੇ ਉਹਦੇ ਚ ਇਲਾਇਚੀ ਨਹੀਂ ਲਿਖਿਆ ਹੋਵੇਗਾ। ਬਿਲਕੁਲ ਸਿਨਿਓਲ ਤੇਲ ਹੈ ਜੋ ਇਲਾਇਚੀ ਵਿੱਚੋਂ ਨਿਕਲਦਾ। ਜ਼ਰਾ ਵੇਖਿਓ ਕਿਵੇਂ ਤੜਾ ਤੜ ਭਰਿਆ ਪਿਆ ਹਰ ਹਾਜ਼ਮੇ ਦੀ ਦਵਾਈ ਵਿੱਚ ਵੀ, ਜਿਹੜੀਆਂ ਤੁਸੀਂ ਮਹਿੰਗੀਆਂ ਖਰੀਦਦੇ ਹੋ 150 ਦੀਆਂ, ਤੇ ਜਿਹੜੀਆਂ ਤੁਸੀਂ ਕਰੀਮਾਂ ਜ਼ਖਮਾਂ ਉੱਤੇ ਲਾਉਣ ਵਾਲੀਆਂ ਦੇਖਦੇ ਹੋ ਉਹਨਾਂ ਵਿੱਚ ਵੀ, ਚਿਹਰੇ ਦੇ ਦਾਗਾਂ ਵਾਸਤੇ ਵੀ। ਯਾਨੀ ਹੁਣ ਤਾਂ ਜਿੱਥੇ ਮਰਜ਼ੀ ਦਵਾਈਆਂ, ਤੁਸੀਂ ਹੈਰਾਨ ਹੋਗੇ, ਐਗਜ਼ੀਮਾ ਲਈ, ਟਾਈਫਾਇਡ ਲਈ, ਦੌਰੇ ਵਾਲੀਆਂ, ਜੋੜਾਂ ਦੀ ਪੀੜ ਲਈ, ਡਿਸੈਂਟਰੀ ਵਾਲੀਆਂ ਚ, ਇਹ ਸਾਰੀਆਂ ਦਵਾਈਆਂ ਵਿੱਚ ਧਿਆਨ ਨਾਲ ਪੜ੍ਹ ਲੈਣਾ। ਇਲਾਇਚੀ ਇਸ ਵੇਲੇ ਕੰਪਨੀਆਂ ਵੱਲੋਂ ਪਾ ਕੇ ਭੇਜੀ ਜਾ ਰਹੀ ਹੈ। ਇੱਥੋਂ ਤੱਕ ਕਿ ਦਮੇ ਵਾਲੀਆਂ ਦਵਾਈਆਂ, ਅੱਖਾਂ ਦੀ ਰੋਸ਼ਨੀ ਵਾਲੀਆਂ ਦਵਾਈਆਂ। ਇੱਥੋਂ ਹੁਣ ਹੈਰਾਨ ਤੁਸੀਂ ਹੋਗੇ, ਵਾਲਾਂ ਦੇ ਝੜਨ ਲਈ ਜੋ ਤੇਲ ਤੁਹਾਨੂੰ ਢੇਰਾਂ ਦੇ ਢੇਰ ਮਹਿੰਗੇ 800 ਰੁਪਏ ਦੇ ਮਿਲ ਰਹੇ ਨੇ, ਉਹਨਾਂ ਵਿੱਚ ਵੀ ਇਲਾਇਚੀ ਹੀ ਪਾਈ ਗਈ ਹੈ ਜੀ। ਹੁਣ ਡੈਂਟਲ ਰਿਸਰਚ ਜਰਨਲ ਵਿੱਚ ਜੋ ਖੋਜ ਛਪੀ ਉਹਦੇ ਹਿਸਾਬ ਨਾਲ ਬੜੀ ਕਮਾਲ ਦੀ ਗੱਲ ਸਾਹਮਣੇ ਆਈ। ਅਸੀਂ 1-2 ਤੇ ਟਰਾਈ ਵੀ ਕੀਤਾ ਹੈ ਕਿ ਜਿਹੜੇ ਸਿਗਰਟ ਪੀਣੀ ਛੱਡਣਾ ਚਾਹੁੰਦੇ ਹੋਣ ਉਹਨਾਂ ਨੂੰ ਜੋ ਨਿਕੋਟੀਨ ਦੀ ਲੱਤ ਪੈ ਜਾਂਦੀ ਹੈ, ਉਹਦੇ ਲਈ ਦਵਾਈਆਂ ਨੇ ਜਿਨ੍ਹਾਂ ਨੂੰ ਛਡਾਉਣਾ ਪੈਂਦਾ। ਪਰ ਇਹ ਵੇਖਣ ਵਿੱਚ ਆਇਆ ਕਿ ਜਿਹੜਾ ਇਲਾਇਚੀ ਦੇ ਬੀਜਾਂ ਚੋਂ ਤੇਲ, ਜੋ ਟਰਪੈਂਟਾਈਨ, ਐਸਟਰ, ਫਲੇਵੋਨੋਇਡ ਤੇ ਜਿਵੇਂ ਮੈਂ ਹੁਣੇ ਦੱਸਿਆ ਸਿਨਿਓਲ, ਇਹ ਜਿੱਥੇ ਮੂੰਹ ਅੰਦਰ ਪੈਦਾ ਕਰਦੇ ਬਦਬੂ ਵਾਲੇ ਕੀਟਾਣੂ ਜੋ ਕਿ ਸਟ੍ਰੈਪਟੋਕੋਕਸ ਮਿਊਟੈਂਸ, ਕੈਂਡੀਡਾ ਵਗੈਰਾ, ਇਹਨਾਂ ਤੇ ਵੀ ਅਸਰਦਾਰ ਹੈ। ਤੇ ਇੱਕੋ ਨਿਜਾਤ ਪਾਉਣੀ ਸਿਗਰਟ ਤੋਂ ਵੀ ਉਹਦੇ ਉੱਤੇ ਦਾ ਕਾਫੀ ਕਮਾਲ ਦਾ ਰੋਲ ਲੱਭਿਆ ਗਿਆ। ਸੋ ਉਹ ਦਵਾਈਆਂ ਦੇ ਵਿੱਚ ਵੀ ਇਹ ਪੈ ਰਹੀ ਹੈ, ਤੇ ਜੇ ਸਿੱਧੀਆਂ ਵੀ ਤੁਸੀਂ 4 ਇਲਾਇਚੀਆਂ ਰੋਜ਼ ਚੱਬ ਕੇ ਖਾ ਰਹੇ ਹੋ, ਉਹਨਾਂ ਵਿੱਚ ਵੀ ਇਹ ਫਰਕ ਦਿਸਿਆ। ਤੇ ਹੁਣ ਤਾਂ ਕਰਨਾਟਕ ਵਿੱਚ ਇੱਕ ਜੋ ਰੀਸੈਂਟ ਰਿਸਰਚ ਆਈ ਹੈ, ਜੋ ਜਨਵਰੀ 2021 ਵਿੱਚ, ਉਹ ਦੰਦਾਂ ਦੀਆਂ ਖੋੜਾਂ ਰੋਕਣ ਵਾਸਤੇ ਉਹਨਾਂ ਨੇ ਕਹਿ ਦਿੱਤਾ ਕਿ ਇਲਾਇਚੀ ਬਾ ਕਮਾਲ ਹੈ। ਤੇ ਜਿਹੜੇ ਹੁਣ ਮਾਊਥ ਫਰੈਸ਼ਨਰ ਸਾਰਿਆਂ ਵਿੱਚ ਵੀ ਇਲਾਇਚੀ ਪਾਉਣ ਲੱਗ ਗਏ ਨੇ, ਕਾਰਨ ਕਿ ਇਹਦੀ ਖੁਸ਼ਬੂ ਨਾਲ ਮੂੰਹ ਵਿੱਚ ਥੁੱਕ ਵੱਧ ਪੈਦਾ ਹੁੰਦੀ ਹੈ, ਜਿਸ ਨਾਲ ਦੰਦਾਂ 'ਚ ਫਸਿਆ ਗੰਦ ਸਾਫ਼ ਹੋ ਜਾਂਦਾ, ਸੋ ਖੋੜਾਂ ਹੋਣ ਤੋਂ ਬਚਾਓ ਹੋ ਜਾਂਦਾ ਜੀ। ਇੱਕ ਐਮਸਟਰਡੈਮ ਵਿੱਚ ਬੜੀ ਵਧੀਆ ਇਸੇ ਤੇ, ਕਿਉਂਕਿ ਸਾਰੇ ਪਾਸੇ ਤਰਥੱਲੀ ਮਚੀ ਕਿ ਇੰਨਾ ਜ਼ਿਆਦਾ ਇਹਦੇ 'ਚ ਕੀ ਕਮਾਲ ਹੈ, ਉਹਨਾਂ ਨੇ ਇਹਦੇ ਉੱਤੇ ਜੋ ਖੋਜ ਦੇ ਵਿੱਚ ਲਿਖਿਆ ਕਿ ਫੈਟੀ ਲਿਵਰ ਜਿਹਨੂੰ ਹੋਵੇ, ਸ਼ੱਕਰ ਰੋਗ ਹੋਵੇ ਜਾਂ ਕੋਲੈਸਟਰੋਲ ਘਟਾਉਣ ਲਈ, ਉਹਨਾਂ ਵਿੱਚ ਵੀ ਜਿਹੜੀਆਂ ਦਵਾਈਆਂ ਦੇਣੀਆਂ ਨੇ, ਉਹਨਾਂ 'ਚ ਇਲਾਇਚੀ ਨਾਲੋਂ ਨਾਲ ਦਵਾਈ ਦੇ ਜਦੋਂ ਦਿੱਤੀ ਜਾਵੇ ਤਾਂ ਫਾਇਦਾ ਵੱਧ ਹੁੰਦਾ ਜੀ। ਸੋ ਇਹ ਮੈਂ ਬਹੁਤ ਵਾਰ ਵਿੱਚ ਕਹਿ ਚੁੱਕੀ ਹਾਂ, ਇੱਕ ਆਖਰੀ ਵਾਰ ਫਿਰ ਦੁਹਰਾਉਣਾ ਚਾਹੁੰਦੀ ਹਾਂ। ਮੈਂ ਵਾਰ-ਵਾਰ ਜ਼ਿਕਰ ਕਰ ਰਹੀ ਹਾਂ ਕਿ ਦਵਾਈਆਂ ਨਾਲ ਚੱਲ ਰਹੀਆਂ ਸਨ। ਅਜੇ ਤੱਕ ਜੋ ਖੋਜਾਂ ਇਕੱਲੀ ਇਲਾਇਚੀ ਤੇ ਹੋਈਆਂ ਉਹ ਚੂਹੀਆਂ ਤੇ ਹੋਈਆਂ ਸਨ, ਤੇ ਹੁਣ ਇਨਸਾਨਾਂ ਉੱਤੇ ਅਜੇ ਚੱਲ ਰਹੀਆਂ ਨੇ ਬਹੁਤ ਸਾਰੀਆਂ ਖੋਜਾਂ। ਸੋ ਇਹਦੇ ਵਿੱਚ ਕਿਤੇ ਵੀ ਇਹ ਨੁਕਸਾਨ ਬਿਲਕੁਲ ਨਹੀਂ ਹੈ ਕਿ ਤੁਸੀਂ ਜੇ ਨਾਲੋਂ ਨਾਲ ਲੈ ਲੈਂਦੇ ਹੋ। ਫੋਰ ਐਗਜ਼ਾਮਪਲ ਇੱਕ ਮੈਂ ਹੁਣ ਦੱਸਦੀ ਹਾਂ, ਜਿਵੇਂ ਪੇਟ ਦਰਦ ਤੇ ਅੰਤੜੀ ਦੀ ਸੋਜ਼ਿਸ਼ ਵਿੱਚ ਤਾਂ ਕੱਲੀ ਇਲਾਇਚੀ ਤੋਂ ਬਣੇ ਹੀ ਪ੍ਰੋਡਕਟਸ ਆ ਚੁੱਕੇ ਹੋਏ ਨੇ। ਅਸੀਂ ਵੀ ਬੱਚਿਆਂ ਨੂੰ ਉਹ ਦੇ ਰਹੇ ਹਾਂ, ਜਿਵੇਂ ਹਾਜ਼ਮੇ ਦੀਆਂ, ਜਦੋਂ ਅਸੀਂ ਕਹਿ ਦਿੰਦੇ ਹਾਂ ਬੱਚੇ ਨੂੰ ਇਲਾਇਚੀ ਉਬਾਲ ਕੇ ਦੇ ਦਿਓ ਤੇ ਮਾਵਾਂ ਨੱਕ ਮੂੰਹ ਸਿਕੋੜ ਕੇ ਕਹਿੰਦੀਆਂ ਡਾਕਟਰ ਬਦਲੋ, ਇਹ ਠੀਕ ਨਹੀਂ ਹੈ। ਸੋ ਹੱਥ ਜੋੜ ਕੇ ਕਹਿ ਦਈਦਾ ਹਾਂਜੀ ਬਦਲ ਲਓ ਜੀ। ਤੇ ਜਦੋਂ ਉਹੀ ਦੂਸਰਾ ਕੋਈ ਡਾਕਟਰ ਇਲਾਇਚੀ ਤੋਂ ਬਣੀ ਦਵਾਈ ਲਿਖ ਦਿੰਦਾ 150 ਰੁਪਏ ਦੀ, ਤਾਂ ਬਹੁਤ ਖੁਸ਼ ਹੁੰਦੇ ਨੇ, ਹਾਂਜੀ ਦਵਾਈ ਮਿਲ ਗਈ। ਸੋ ਇਹ ਸੋਚ ਜੇ ਜੋ ਮੈਂ ਰੋਜ਼ ਦਾ ਮੇਰਾ ਵਾਹ ਪੈਂਦਾ, ਮੈਂ ਤਾਂ ਦੱਸ ਰਹੀ ਹਾਂ। ਸੋ ਇਸੇ ਕਰਕੇ ਮੈਂ ਮਕਸਦ ਸੀ ਕਿ ਤੁਹਾਡੇ ਪ੍ਰੋਗਰਾਮ ਰਾਹੀਂ ਜੇ ਕੋਈ ਸਿਆਣੇ ਸੁਣ ਰਹੇ ਹੋਣ ਤਾਂ ਉਹਨਾਂ ਨੂੰ ਪਤਾ ਹੋਵੇ ਕਿ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਘਰਾਂ ਵਿੱਚ ਆਪ ਨਿੱਕੀ ਮੋਟੀ ਚੀਜ਼ ਨਾਲ ਠੀਕ ਕਰ ਸਕਦੇ ਹੋ। ਹੁਣ ਇੱਕ ਹੋਰ ਦੱਸ ਦਿਆਂ ਕਿ ਜੋ ਮੈਂ ਫੈਟੀ ਲਿਵਰ ਦੀ ਗੱਲ ਕੀਤੀ, ਵੀ ਥੰਦੇ ਨੂੰ ਖੋਰਨ ਦੀ ਗੱਲ, ਉਹਦੇ ਵਿੱਚ ਇਲਾਇਚੀ ਦਾ ਜੋ ਚੰਗਾ ਰੋਲ ਸੀ, ਉਸ ਵਿੱਚ ਹਰ ਰੋਜ਼ 1 ਗ੍ਰਾਮ ਹਰੀਆਂ ਇਲਾਇਚੀਆਂ ਦਿਨ ਵਿੱਚ 3 ਵਾਰ 3 ਮਹੀਨੇ ਖਵਾਈਆਂ ਗਈਆਂ ਸਨ। ਅੱਛਾ ਜੀ।
ਤੇ ਉਹਦੇ ਨਾਲੋਂ ਨਾਲ ਦਵਾਈ ਵੀ ਚੱਲ ਰਹੀ ਸੀ, weight reduction ਵੀ ਸੀ, ਫालतू ਘਿਓ ਖਾਣਾ ਵੀ ਬੰਦ ਕੀਤਾ ਗਿਆ ਸੀ। ਸੋ ਉਹਨਾਂ ਵਿੱਚ ਇਹ ਕਾਫੀ ਚੰਗਾ ਅਸਰ ਦਿਸਿਆ। ਇਹ ਖੋਜਾਂ ਹਾਲੇ ਜਾਰੀ ਨੇ 2-3 ਹੋਰ ਮੈਡੀਕਲ ਕਾਲਜਸ ਵਿੱਚ। ਜਦੋਂ ਫਾਈਨਲ ਰਿਜ਼ਲਟਸ ਉਹਨਾਂ ਦੇ ਵੀ ਆ ਜਾਣਗੇ ਤਾਂ ਅਸੀਂ ਬਿਲਕੁਲ ਠੋਸ ਤਰੀਕੇ ਕਹਿ ਸਕਾਂਗੇ ਕਿ ਹਾਂਜੀ ਹੁਣ ਸਾਡੇ ਕੋਲ ਸਾਰੇ ਦੇ ਸਾਰੇ ਤੱਥ ਮੌਜੂਦ ਨੇ। ਅਸਲ 'ਚ ਗੱਲ ਇਹ ਹੈ ਭਾਜੀ, ਮੈਨੂੰ ਸ਼ਰਮਿੰਦਗੀ ਵੀ ਮਹਿਸੂਸ ਹੁੰਦੀ ਹੈ ਦੱਸਦਿਆਂ ਕਿ ਭਾਰਤ ਵਿੱਚ ਅਨੇਕ ਖੋਜਾਂ ਨੇ ਜੋ ਯੂਨੀਸੈਫ ਦੇ ਅਨੁਸਾਰ ਕਿ ਇਹ ਨਕਲੀ ਬਣਾਈਆਂ ਜਾਂਦੀਆਂ ਨੇ, ਪੇਡ ਸਿਸਟਮ ਵਰਤੇ ਜਾਂਦੇ ਨੇ। ਸੋ ਇਸੇ ਕਰਕੇ ਖਿਮਾ ਕਰਿਓ, ਮੈਂ ਬਹੁਤੀ ਰਿਸਰਚ, ਮੈਨੂੰ ਇੱਕ ਵੀਰ ਦਾ ਫੋਨ ਵੀ ਆਇਆ ਸੀ, ਭਾਰਤੀ ਖੋਜਾਂ ਬਾਰੇ ਕਿਉਂ ਨਹੀਂ ਦੱਸਦੇ ਕਿ ਉਹ ਜਿੱਥੇ ਆਪ ਹੀ ਕਿੰਤੂ ਪਰੰਤੂ ਹੋ ਜਾਏ ਉਹਨਾਂ ਵਿੱਚ ਅਸੀਂ ਕਿਵੇਂ ਦੱਸ ਸਕਦੇ ਹਾਂ। ਸੋ ਇਸੇ ਲਈ ਬਹੁਤੀਆਂ ਮੈਂ ਖੋਜਾਂ ਬਾਹਰਲੀਆਂ ਕਰਦੀ ਹਾਂ ਗੱਲ, ਪਰ ਇਹਨਾਂ ਵਿੱਚ ਵੀ ਜਿਹੜੇ ਛਪ ਚੁੱਕੇ ਇੰਟਰਨੈਸ਼ਨਲ ਜਰਨਲਸ ਲੈਵਲ ਦੀਆਂ ਜਿਹੜੀਆਂ ਨੇ ਉਹ ਜ਼ਰੂਰ ਮੈਂ ਅੱਜ ਸਾਂਝੀਆਂ ਕੀਤੀਆਂ ਨੇ, ਜਿਨ੍ਹਾਂ ਵਿੱਚ ਬ੍ਰੌਂਕਾਈਟਿਸ ਵਾਲੇ ਮਰੀਜ਼ਾਂ ਨੂੰ ਵੀ ਦਵਾਈ ਦੇ ਨਾਲ ਨਾਲ ਜੇ ਇਲਾਇਚੀ ਦਿੱਤੀ ਜਾਂਦੀ ਰਵੇ ਤਾਂ ਛੇਤੀ ਠੀਕ ਹੁੰਦੇ ਨੇ। ਹੁਣ ਵੀ ਖੰਘ ਜ਼ੁਕਾਮ ਦੀਆਂ ਦਵਾਈਆਂ ਸਾਰੀਆਂ ਸੀ ਜੋ ਕਿ ਕੋਵਿਡ ਦੌਰਾਨ ਵੀ ਵਰਤੀਆਂ ਗਈਆਂ ਬਥੇਰੀਆਂ, ਹਰ ਇੱਕ ਵਿੱਚ ਇਲਾਇਚੀ ਸੀ। ਹਲਕੇ ਵਧੇ ਹੋਏ ਬਲੱਡ ਪ੍ਰੈਸ਼ਰ ਉੱਤੇ ਵੀ ਇਹਦਾ ਜਿਹੜਾ ਕੱਲੀ ਜਿਹੜੀ ਇਲਾਇਚੀ ਜੇ ਤੁਸੀਂ ਨਾਲ ਦਵਾਈਆਂ ਦੇ ਲਓ ਛੇਤੀ ਅਸਰ ਹੁੰਦਾ ਜੇ। ਹੁਣ ਆਪਰੇਸ਼ਨ ਤੋਂ ਬਾਅਦ ਜਿਹੜੀਆਂ ਉਲਟੀਆਂ ਆਉਂਦੀਆਂ ਨੇ ਕਈ ਵਾਰ ਇਹ ਦੇਖਣ ਵਿੱਚ ਆਇਆ, ਹੁਣ ਉੱਥੇ ਖਿਆਲ ਕਰਿਓ ਕੋਈ ਵੀ ਦਵਾਈ ਨਹੀਂ ਦਿੱਤੀ ਗਈ ਤੇ ਸਿਰਫ ਇਲਾਇਚੀ ਦੇ ਦਾਣੇ 3 ਜੇ ਮੂੰਹ ਦੇ ਵਿੱਚ ਹੀ ਰੱਖ ਕੇ ਹੌਲੀ ਹੌਲੀ ਉੱਥੇ ਹੀ ਚੱਬੇ ਜਾਂਦੇ ਰਹਿਣ, ਕਿਉਂਕਿ ਅੰਦਰ ਤਾਂ ਲਗਾਉਣਾ ਨਹੀਂ ਹੁੰਦਾ, ਤਾਂ ਉਸੇ ਨਾਲ ਵੀ ਦਿਲ ਕੱਚੇ ਦਾ ਜੋ ਆਪਰੇਸ਼ਨ ਤੋਂ ਬਾਅਦ ਹੁੰਦਾ ਉਹ ਜਾਂ ਉਲਟੀਆਂ ਠੀਕ ਹੋ ਜਾਂਦੀਆਂ ਨੇ, ਭੁੱਖ ਵੀ ਜਲਦੀ ਲੱਗਣੀ ਸ਼ੁਰੂ ਹੁੰਦੀ ਹੈ। ਇਸੇ ਤਰ੍ਹਾਂ ਇਰੀਟੇਬਲ ਬਾਵਲ ਸਿੰਡਰੋਮ ਦੀਆਂ ਜਿੰਨੀਆਂ ਦਵਾਈਆਂ ਬਣ ਰਹੀਆਂ ਨੇ, ਇਰੀਟੇਬਲ ਬਾਵਲ ਸਿੰਡਰੋਮ ਜਿਹੜਾ ਪੇਟ 'ਚ ਪ੍ਰੋਬਲਮ, ਜੀ ਬਿਲਕੁਲ, ਵਾਰ-ਵਾਰ ਜਿਹੜਾ ਤੁਹਾਨੂੰ ਕੁਝ ਖਾਓ ਤੇ ਤੁਹਾਨੂੰ ਆਦਤ ਜੀ ਹੁੰਦੀ ਹੈ ਹਾਜਤ ਹੁੰਦੀ ਹੈ, ਹਾਂਜੀ, ਉਹਦੇ ਵਿੱਚ ਜਿੰਨੀਆਂ ਵੀ ਦਵਾਈਆਂ ਇਸ ਵੇਲੇ ਬਣ ਰਹੀਆਂ ਨੇ ਲਗਭਗ ਸਾਰੀਆਂ ਵਿੱਚ ਹੀ ਇਲਾਇਚੀ ਦਾ ਤੇਲ ਪਾਇਆ ਜਾ ਰਿਹਾ। ਤਣਾਅ ਨਾਲ ਹੋ ਰਹੇ ਸਿਰ ਪੀੜ ਵਿੱਚ ਦੇਖਿਆ ਗਿਆ ਕਿ ਇਕੱਲੀ ਇਹੀ ਸਿਰਫ ਇਲਾਇਚੀ ਹੀ ਓਨੀ ਅਸਰਦਾਰ ਹੈ ਦਵਾਈਆਂ ਤੋਂ ਬਗੈਰ ਵੀ। ਸੋ ਤੁਸੀਂ ਸਮਝ ਲਓ ਵੀ ਜੇ ਕੈਂਸਰ ਨਾਲ ਜੂਝਦੇ ਮਰੀਜ਼ ਠੀਕ ਹੋ ਸਕਦੇ ਨੇ ਤੇ ਆਮ ਜਦੋਂ ਥੱਕ ਹਾਰ ਕੇ ਘਰ ਆਓ ਤਾਂ ਤਣਾਅ ਥੋੜਾ ਜਿਹਾ ਜੇ ਛੰਡ ਦਿਓ ਤੇ ਨਾਲ ਫਸਟ ਕਲਾਸ ਗਰਮ ਚਾਹ ਲਓ ਤੇ ਵਿੱਚ ਪਾਈ ਹੋਈ ਇਲਾਇਚੀ ਤਾਂ ਬਾ ਕਮਾਲ ਤੁਹਾਨੂੰ ਅਸਰ ਦਿਖ ਸਕਦਾ ਹੈ। ਇਹਦੇ ਵਿੱਚ ਤੁਸੀਂ ਅੰਦਾਜ਼ਾ ਲਾਓ ਕਿ 3 ਚਮਚ ਸਿਰਫ ਪੀਸੀ ਹੋਈ ਹਰੀ ਇਲਾਇਚੀ ਦਾ ਜਿਹੜਾ ਪਾਊਡਰ ਹੈ ਉਹਦੇ ਵਿੱਚ 18 ਕੈਲਰੀਆਂ ਨੇ, 1.6 ਗ੍ਰਾਮ ਫਾਈਬਰ ਹੈ ਤੇ 0.6 ਗ੍ਰਾਮ ਪ੍ਰੋਟੀਨ ਵੀ ਹੈ, ਕਾਰਬੋਹਾਈਡਰੇਟ ਵੀ ਜੇ, ਪੋਟਾਸ਼ੀਅਮ ਵੀ ਹੈ, ਕੈਲਸ਼ੀਅਮ ਵੀ ਹੈ, ਲੋਹ ਕਣ, ਮੈਗਨੀਸ਼ੀਅਮ, ਫਾਸਫੋਰਸ, ਯਾਨੀ ਤੁਸੀਂ ਹਿਸਾਬ ਤਾਂ ਲਾਓ ਕਿ ਕੁਦਰਤ ਨੇ ਹੈ ਕੀ ਨਿੱਕੀ ਜਿਹੀ ਚੀਜ਼ ਜੋ ਕਿ ਜੰਗਲੀ ਉਗਦੀ ਹੁੰਦੀ ਸੀ ਤੇ ਇਨਸਾਨ ਕਈ ਚਿਰਾਂ ਤੋਂ ਵਰਤ ਰਿਹਾ। ਕਲੀਅਰ ਕਰ ਦਿਓ ਜੀ ਥੋੜਾ ਜਿਹਾ ਜਾਣ ਤੋਂ ਪਹਿਲਾਂ, ਕਿਉਂਕਿ ਸਮਾਂ ਹੋ ਗਿਆ। ਇਲਾਇਚੀ ਤੁਸੀਂ ਹਰੀ ਇਲਾਇਚੀ ਛੋਟੀ ਦੀ ਗੱਲ ਕਰ ਰਹੇ ਹੋ ਕਿਤੇ? ਹਾਂਜੀ, ਮੈਂ ਬਿਲਕੁਲ ਛੋਟੀ ਇਲਾਇਚੀ ਦੀ ਗੱਲ ਕਰ ਰਹੀ ਹਾਂ, ਵੱਡੀ ਨਾ ਮਸਾਲੇ ਵਾਲੀ ਸਮਝ ਲਿਓ। ਹਾਂਜੀ ਬਿਲਕੁਲ, ਛੋਟੀ ਇਲਾਇਚੀ। ਤੇ ਨਹੀਂ ਜੀ, ਜਾਣ ਤੋਂ ਪਹਿਲਾਂ ਰਾਮਬਾਣ ਤਾਂ ਦੱਸਣਾ ਰਹਿ ਹੀ ਗਿਆ ਜੀ, ਜੋ ਇਸ ਵੇਲੇ ਸਭ ਤੋਂ, ਤੁਸੀਂ ਮੈਨੂੰ ਪੁੱਛਿਆ ਹੀ ਨਹੀਂ ਕਿ ਇੰਨੇ ਟਨਾਂ ਦੇ ਹਿਸਾਬ ਨਾਲ ਬਾਹਰ ਕਿਉਂ ਜਾਣੀ ਸ਼ੁਰੂ ਹੋ ਗਈ, ਕਿਉਂਕਿ ਪਹਿਲਾਂ ਵਰਤਦੇ ਸਨ ਸਿਲਡੈਨਾਫਿਲ ਇਰੈਕਟਾਈਲ ਡਿਸਆਰਡਰਸ ਲਈ, ਤੇ ਇਸ ਵੇਲੇ ਸਰੀਰਕ ਸੰਬੰਧਾਂ ਜਾਂ ਜਿਸਮਾਨੀ ਸੰਬੰਧਾਂ 'ਚ ਰਵਾਨੀ ਲਿਆਉਣ ਲਈ ਇਲਾਇਚੀ ਦਾ ਤੇਲ ਨੰਬਰ 1 ਸੈਲਰ ਬਣ ਚੁੱਕਿਆ। ਤੁਸੀਂ ਜੇ ਤਾਂ ਉਹ ਖਰੀਦਣਾ ਜੇ 1000 ਰੁਪਏ ਦਾ, ਜੀ ਸਦਕੇ ਖਰੀਦ ਲਓ ਤੇ ਉਹ ਨਿੱਕੀ ਜਿਹੀ ਬਿਲਕੁਲ ਇੰਚਕ ਦੀ ਮਿਲਣੀ ਜੇ ਸ਼ੀਸ਼ੀ, ਤੇ ਜੇ ਵੈਸੇ ਹੀ ਇਲਾਇਚੀ ਚੱਬ ਲਓ ਤਾਂ ਦੱਸੋ ਕੀ ਮਾੜਾ ਹੈ। ਮੈਂ ਤਾਂ ਤੁਹਾਨੂੰ ਮੁਫਤ ਦੱਸ ਰਹੀ ਹਾਂ, ਰੋਜ਼ ਦੀਆਂ 3 ਹਰੀਆਂ ਇਲਾਇਚੀਆਂ ਖਾਂਦੇ ਰਹੋ, ਮੈਂ ਕਹਾਂ ਖਿਲਾਰਦੇ ਰਹੋ। ਪਰ ਬਾਕੀ ਰੋਗਾਂ ਵਿੱਚ ਮੈਂ ਫਿਰ ਕਹਿ ਦਿਆਂ ਕਿ ਐਲੋਪੈਥਿਕ ਦਵਾਈਆਂ ਵਿੱਚ ਵੀ, ਆਯੁਰਵੈਦਿਕ ਵਿੱਚ ਵੀ, ਹੋਮਿਓਪੈਥਿਕ ਵਿੱਚ ਵੀ, ਜਿਹੜੀ ਮਰਜ਼ੀ ਪੈਥੀ 'ਚ ਵੜ ਜਾਓ, ਇਲਾਇਚੀ ਇਸ ਵੇਲੇ ਹਰ ਇੱਕ ਵਿੱਚ ਰਾਣੀ ਬਣ ਚੁੱਕੀ ਤੇ ਵਰਤੀ ਜਾ ਰਹੀ ਹੈ। ਸੋ ਮੈਂ ਤਾਂ ਦੁਬਾਰਾ ਜੋ ਕਿਹਾ ਗਿਆ ਸਾਊਦੀ ਅਰਬ 'ਚ ਇੰਨ ਬਿੰਨ, ਮੈਂ ਵੀ ਉਹੀ ਕਹਿਣਾ ਚਾਹੁੰਦੀ ਹਾਂ ਕਿ ਵਾਕਈ ਮਸਾਲਿਆਂ ਦੀ ਰਾਣੀ ਜੇ ਛੋਟੀ ਇਲਾਇਚੀ, ਤੋਂ ਵਰਤੋ, ਖੁਸ਼ ਰਹੋ, ਤੰਦਰੁਸਤ ਰਹੋ, ਖੇੜੇ ਵੰਡੋ। ਮਿਹਰਬਾਨੀ ਜੀ, ਸ਼ੁਕਰੀਆ ਡਾਕਟਰ ਸ਼ਿੰਦਰ ਕੌਰ ਭੈਣ ਜੀ, ਸ਼ੁਕਰੀਆ ਜੀ ਬਹੁਤ ਬਹੁਤ। ਸੋ ਇਹ ਸੀ ਪ੍ਰੋਗਰਾਮ ਸ਼ਮਾਦਾਨ, ਮੈਂ ਇੱਥੇ ਹੀ ਤੁਹਾਡੇ ਤੋਂ ਸਮਾਪਤ ਕਰਨ ਦੀ ਆਗਿਆ ਲੈਣਾ ਜੀ। ਮੁਲਾਕਾਤ ਕੱਲ੍ਹ ਨੂੰ ਫੇਰ ਹੋਏਗੀ, ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਨਾਲ। ਹੁਣ ਪ੍ਰੋਗਰਾਮ ਗੀਤ ਬਹਾਰ ਦਾ ਰਿਪੀਟ ਤੁਹਾਨੂੰ ਸੁਣਨ ਨੂੰ ਮਿਲੇਗਾ।